ਸਾਹਿਬ ਇਹ ਕਿਹਾ ਜਾ ਰਿਹਾ ਵੀ ਇਸ ਮਾਮਲੇ ਦੇ ਉੱਤੇ ਆਗੂਆਂ ਦੇ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ, ਕਿਸਾਨਾਂ ਦੀਆਂ ਵੋਟਾਂ ਵਟੋਰਨ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਨਰੋਲ ਸਿਆਸਤ ਆ ਛੋਟੇ ਵੀਰ, ਨਰੋਲ। ਹੁਣ ਜਿਹੜੇ ਕੱਲ ਤੱਕ ਮੁੱਖ ਮੰਤਰੀ ਕਹਿੰਦੇ ਸੀ ਵੀ ਇਹ ਲੋਕ ਇਨਸਾਫ ਪਾਰਟੀ ਵਾਲੇ ਗੁੰਮਰਾਹ ਕਰਦੇ ਆ, ਹੁਣ ਆਪਣੇ ਵਾਲਾ ਮਤਾ ਚੋਰੀ ਕਰਕੇ, ਲਓ ਮੈਂ ਐਲਾਨੀਆਂ ਕਹਿਣ ਲੱਗਾ, ਚੋਰੀ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਪੜ੍ਹਿਆ। ਤੁਸੀਂ ਕਹਿੰਦੇ ਹੋ ਬੈਂਸ ਸਾਹਿਬ ਤੁਰਦੇ ਨਹੀਂ ਤੇ ਕੈਪਟਨ ਸਾਹਿਬ ਕਹਿੰਦੇ ਮੈਂ ਰੱਦ ਕਰਤੇ ਆ, ਤੇ ਦੂਜੀ ਪਾਸੇ ਹਰਸਿਮਰਤ ਕੌਰ ਬਾਦਲ ਕਹਿੰਦੀ ਮੈਂ ਅਸਤੀਫਾ ਦੇ ਆਈ ਜੀ। ਤੂੰ ਜੱਟਾਂ ਦੀ ਧੀ ਨਹੀਂ, ਤੇਰਾ ਘਰ ਵਾਲਾ ਜੱਟ ਦਾ ਪੁੱਤ ਨਹੀਂ, ਫੇਰ ਕਹਿ ਵੀ ਮੈਂ ਜੱਟ ਦੀ ਧੀ ਆ, ਮੇਰਾ ਘਰ ਵਾਲਾ ਜੱਟ ਦਾ ਪੁੱਤ ਆ, ਮੇਰਾ ਪਰਿਵਾਰ ਵੀ ਵਿਰੋਧ ਕਰਦਾ, ਉਹ ਨਹੀਂ ਕਹਿੰਦੀ। ਤੁਸੀਂ ਵੀ ਕਹਿ ਰਹੇ ਹੋ ਚੋਰ ਕੁੱਤੀ ਰਲੇ ਹੋਏ ਨੇ, ਕਿਸਾਨ ਵੀ ਕਹਿ ਰਹੇ ਨੇ ਚੋਰ ਕੁੱਤੀ ਰਲੇ ਹੋਏ ਨੇ, ਪਰ ਕਿਸਾਨ ਸਵਾਲ ਇਹ ਵੀ ਕਰ ਰਹੇ ਨੇ ਜੀ, ਉਹ ਕਹਿੰਦੇ ਜਦੋਂ ਪਤਾ ਸੀ ਬੈਂਸ ਭਰਾਵਾਂ ਨੂੰ ਬਈ ਇਹਨਾਂ ਨੇ ਕੁਝ ਨਹੀਂ ਕਰਨਾ ਸਾਡੇ ਲਈ, ਤੇ ਬੈਂਸ ਭਰਾ ਚੰਡੀਗੜ੍ਹ ਕਿਉਂ, ਦਿੱਲੀ ਉਦੋਂ ਕਿਉਂ ਨਹੀਂ ਗਏ? ਪੁਤਲੀ ਦਾ ਨਾਚ ਦੇਖਿਆ, ਉਹ ਉਂਗਲੀ ਪਿੱਛੇ ਹਿੱਲਦੀ ਹੁੰਦੀ ਆ, ਪੁਤਲੀ ਉੱਥੇ ਨੱਚਦੀ ਆ। ਹੁਣ ਇਹ ਉਂਗਲੀ, ਇਹ ਕਹਿੰਦੇ ਜੱਟ ਨੂੰ ਪੁਤਲੀ ਵਾਂਗੂ ਨਚਾਉਣਾ। ਤਾਂ ਇਹ ਵੀ ਲੋਕ ਸਵਾਲ ਕਰ ਰਹੇ ਨੇ ਜੀ, ਕਹਿੰਦੇ ਜਦੋਂ ਤੁਸੀਂ ਸੁਮੇਧ ਸੈਣੀ ਦਾ ਵੀ ਇੱਕ ਮੁੱਦਾ ਚੱਕਿਆ ਸੀ, ਉਸ ਤੋਂ ਬਾਅਦ ਜੀ ਇਹ ਧਰਮ ਸੋਧ ਵਾਲਾ ਵੀ ਮੁੱਦਾ ਚੱਕਿਆ ਜੀ, ਵੀ ਉਹਨਾਂ ਦਾ ਕੀ ਬਣਿਆ? ਇਹ ਤਾਂ ਨਹੀਂ ਆ ਵੀ ਦੋ ਮੁੱਦੇ ਸ਼ੁਰੂ ਕਰ ਲੈਂਦੇ ਹੋ ਜੀ, ਉਹ ਸਿਰੇ ਨਹੀਂ ਚੜ੍ਹਦੇ ਜੀ, ਤੇ ਤੀਜਾ ਸ਼ੁਰੂ। ਲੋ ਮੈਂ ਸੱਚ ਦੱਸਦਾ, ਕੈਮਰਾ ਚੱਲਦਾ, ਪਹਿਲਾਂ ਸਾਨੂੰ ਅੰਦਰ ਕੁੱਟਿਆ ਮਾਰਸ਼ਲਾਂ ਨੇ, ਦੋਨੇ ਭਰਾਵਾਂ ਨੂੰ ਕੁੱਟਿਆ ਚੰਗੀ ਤਰ੍ਹਾਂ, ਕੁੱਟ ਕੇ ਘੋਲ ਮਥੋਲਾ ਹੋ ਕੇ। ਹੁਣ ਅਸੀਂ 2 ਤੇ ਉਧਰ 75, 2 ਦੀ 75 ਨਾਲ ਕੀ ਲੜਾਈ ਹੋ ਸਕਦੀ ਆ? ਮੈਂ ਤੇ ਚਲੋ ਅੰਬਾਲੇ ਦੀ ਗੱਲ ਦੂਰ ਆ, ਰਾਜਪੁਰਾ ਵੀ ਟੱਪਣ ਦੇਣਗੇ, ਕਿਉਂਕਿ ਪੰਜਾਬ ਵਾਲੇ ਵੀ ਤੁਹਾਨੂੰ ਨਹੀਂ ਚਾਹੁੰਦੇ ਵੀ ਤੁਸੀਂ ਦਿੱਲੀ ਪਹੁੰਚੋ। ਮੈਂ ਕਿਹਾ ਛੋਟੇ ਵੀਰ ਤੂੰ ਖੱਟੜ ਸਾਹਿਬ ਤੇ ਕਿਉਂ ਜਾਣਾ, ਮੈਨੂੰ ਤਾਂ ਕੈਪਟਨ ਸਾਹਿਬ ਤੇ ਵੀ ਭਰੋਸਾ ਨਹੀਂ, ਇਹ ਵੀ ਰੋਕ ਸਕਦੇ ਆ। ਸਿਆਣੇ ਕਹਿੰਦੇ ਆ ਸਹੁੰ ਖਾਓ ਜੀ ਦੀ, ਨਾ ਪੁੱਤ ਦੀ ਤੇ ਨਾ ਧੀ ਦੀ, ਕਹਿੰਦੇ ਸਹੁੰ ਆਪਣੀ ਖਾਧੀ ਜਾ ਸਕਦੀ ਆ, ਅਸੀਂ ਆਪਣੀ ਸਹੁੰ ਖਾ ਸਕਦੇ ਆ ਬਈ ਸਾਨੂੰ ਕਿਸਾਨ ਜਥੇਬੰਦੀਆਂ ਜਿੱਥੇ ਸੱਦਣਗੀਆਂ। ਲੋ ਅਸੀਂ ਮੁੱਖ ਮੰਤਰੀ ਪੰਜਾਬ ਦੇ ਨੂੰ ਬੇਨਤੀ ਕਰਦੇ ਆ ਵੀ ਮੁੱਖ ਮੰਤਰੀ ਸਾਹਿਬ ਮੋਹਰੇ ਲੱਗ ਜਾਓ, ਅਸੀਂ ਮਗਰ ਲੱਗ ਜਾਵਾਂਗੇ। ਉਮੀਦ ਹੈ ਜੀ ਆਰਡੀਨੈਂਸ ਰੱਦ ਹੋਣਗੇ। ਹੁਣ ਬੀਬੀ ਇੰਦਰਾ ਗਾਂਧੀ ਮੂੰਹ ਤੇ ਮੂੰਹ ਸਿੱਟ ਰਹੀ ਸੀ ਇੰਨੀ ਕੁ ਪਰਚੀ ਨੇ, ਇਤਿਹਾਸ ਬੋਲਦਾ, ਤੇ ਫਿਰ ਅਗਲੀ ਵਾਰੀ ਮੋਦੀ ਸਾਹਿਬ ਵੀ ਬੇਸ਼ੱਕ ਕਾਫੀ ਜਦੋਜਹਿਦ ਤੋਂ ਬਾਅਦ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਖੇਤੀ ਆਰਡੀਨੈਂਸ ਪਾਸ ਕਰ ਦਿੱਤੇ ਗਏ ਨੇ, ਪਰ ਇਸ ਦੇ ਬਾਵਜੂਦ ਵੀ ਹਾਲੇ ਤੱਕ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਜਿੱਥੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ, ਉੱਥੇ ਹੀ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸ ਰਹੇ ਨੇ। ਇਸੇ ਤਰ੍ਹਾਂ ਹੁਣ ਲੋਕ ਇਨਸਾਫ ਪਾਰਟੀ ਵੱਲੋਂ ਇੱਕ ਵੱਡਾ ਮੋਰਚਾ ਖੋਲ੍ਹਿਆ ਗਿਆ ਹੈ ਤੇ ਸਰਹੰਦ ਅਨਾਜ ਮੰਡੀ ਤੋਂ ਲੈ ਕੇ ਹੁਣ ਦਿੱਲੀ ਵੱਲ ਨੂੰ ਕੂਚ ਕੀਤੀ ਜਾ ਰਹੀ ਹੈ। ਦਿੱਲੀ ਦਾ ਸੰਸਦ ਘੇਰਨ ਲਈ ਜਾ ਰਹੇ ਨੇ ਬੈਂਸ ਭਰਾ, ਪਰ ਉਸ ਤੋਂ ਪਹਿਲਾਂ ਅਸੀਂ ਸਰਹੰਦ ਵਿਖੇ ਉਹਨਾਂ ਨਾਲ ਗੱਲਬਾਤ ਕਰਾਂਗੇ। ਬੈਂਸ ਸਾਹਿਬ ਬਹੁਤ-ਬਹੁਤ ਸਵਾਗਤ ਜੀ। ਬੈਂਸ ਸਾਹਿਬ ਕਿਹਾ ਜਾ ਰਿਹਾ ਹੈ ਕਿ ਬੈਂਸ ਭਰਾ ਨਹੀਂ, ਲੋਕ ਇਨਸਾਫ ਪਾਰਟੀ ਚੱਲੀ ਹੈ ਛੋਟੇ ਵੀਰ। ਚਲੋ ਬਹੁਤ ਬੈਂਸ ਭਰਾ ਤਾਂ ਛੋਟੇ ਆ, ਲੋਕ ਇਨਸਾਫ ਪਾਰਟੀ ਲਿਆਉਣ ਵਾਲੇ ਬੈਂਸ ਭਰਾ ਆ ਜੀ, ਜਦੋਂ ਗੱਲ ਵੱਜਦੀ ਆ ਫਿਰ ਬੈਂਸ ਭਰਾ। ਇਹ ਬਾਦਲਾਂ ਦਾ ਤਾਂ ਹੋ ਸਕਦਾ ਵੀ ਅਕਾਲੀ ਦਲ ਬਾਦਲ, ਉਹ ਕਹਿੰਦਾ ਅਕਾਲੀ ਦਲ ਬਰਨਾਲਾ, ਹਨਾ, ਉਹ ਕਹਿੰਦੇ ਅਕਾਲੀ ਦਲ ਤਲਵੰਡੀ, ਪਰ ਬੈਂਸ ਭਰਾ ਨਹੀਂ, ਲੋਕ ਇਨਸਾਫ ਪਾਰਟੀ ਚੱਲੀ ਆ। ਬੈਂਸ ਤਾਂ ਇੱਕ ਮਿੱਟੀ ਦਾ ਕਿਣਕਾ ਮੇਰੇ ਵੀਰ। ਤੇ ਬੈਂਸ ਸਾਹਿਬ ਇਹ ਕਿਹਾ ਜਾ ਰਿਹਾ ਵੀ ਇਸ ਮਾਮਲੇ ਦੇ ਉੱਤੇ ਆਗੂਆਂ ਦੇ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ, ਕਿਸਾਨਾਂ ਦੀਆਂ ਵੋਟਾਂ ਵਟੋਰਨ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਜੀ। ਨਰੋਲ ਸਿਆਸਤ ਆ ਛੋਟੇ ਵੀਰ, ਨਰੋਲ। ਇੱਕ ਤਾਂ ਹੁੰਦਾ ਨਾ ਵੀ ਲੁੱਕ ਛਿਪ ਕੇ ਸ਼ਰਾਰਤ, ਹੁਣ ਤਾਂ ਸਿਆਸਤ ਜਿਹੜੀ ਨੰਗੇ ਧੜ ਹੋ ਗਈ। ਜਦੋਂ ਅਸੀਂ ਸਾਈਕਲਾਂ ਤੇ ਤੁਰੇ ਜੀ, ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੈ, ਤੇ ਸਾਡੀ ਸਟੇਟ ਦਾ ਮੁੱਖ ਮੰਤਰੀ ਇਹ ਕਹਿੰਦਾ ਸੀ ਵੀ ਬੈਂਸ ਭਰਾ ਲੋਕ ਇਨਸਾਫ ਪਾਰਟੀ, ਇਹ ਕਹਿੰਦੇ ਰਲ ਕੇ ਲੋਕਾਂ ਨੂੰ, ਜ਼ਿਮੀਂਦਾਰ ਨੂੰ ਗੁੰਮਰਾਹ ਕਰ ਰਹੇ ਆ। ਸਾਡੇ ਤੇ ਰਸਤੇ 'ਚ 5 ਮੁਕੱਦਮੇ ਹੋਏ, ਸਾਨੂੰ ਮੁਕੱਦਮਿਆਂ ਦੀ ਚਿੰਤਾ ਨਹੀਂ, ਹੈ ਨਾ, ਪਰ ਉਦੋਂ ਕਹਿੰਦਾ ਸੀ ਵੀ ਇਹ ਲੋਕ ਇਨਸਾਫ ਪਾਰਟੀ ਵਾਲੇ ਪੰਜਾਬੀਆਂ ਨੂੰ, ਜ਼ਿਮੀਂਦਾਰਾਂ ਨੂੰ ਗੁੰਮਰਾਹ ਕਰਦੇ ਆ। ਤੇ ਅਸੀਂ ਜਿਹੜਾ ਮੈਮੋਰੰਡਮ ਉਹਦੇ ਘਰੇ ਵੀ ਦੇ ਕੇ ਆਏ ਜੀ, ਤੇ ਹੁਣ ਉਹੀ ਮੈਮੋਰੰਡਮ ਇਤਿਹਾਸ ਨੇ ਆਪਣੀ ਵਾਰ ਆਪਣੇ ਇਤਿਹਾਸ ਨੂੰ ਦੂਸਰੀ ਵਾਰੀ ਦੁਹਰਾਇਆ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ। ਪਹਿਲਾਂ ਉਦੋਂ ਜਦੋਂ ਪਾਣੀਆਂ ਦਾ ਮਸਲਾ ਸੀ, ਉਦੋਂ ਵੀ ਸਾਨੂੰ ਕੁੱਟਿਆ, ਬਾਹਰ ਸੁੱਟਤਾ, ਤੇ ਉਦੋਂ ਸਾਡੇ ਵਾਲਾ ਮੈਮੋਰੰਡਮ ਜਿਹੜਾ ਸਾਡਾ ਮੰਗ ਪੱਤਰ ਸੀ, ਸਾਡਾ ਮਤਾ ਸੀ, ਉਹ 2 ਸਰਕਾਰਾਂ ਚਲਾਉਣ ਵਾਲੀਆਂ ਪਾਰਟੀਆਂ ਅਕਾਲੀ ਦਲ ਤੇ ਬੀਜੇਪੀ ਨੇ ਸਾਡੇ ਵਾਲਾ ਮਤਾ ਚੋਰੀ ਕਰਕੇ ਪੇਸ਼ ਕੀਤਾ। ਹੁਣ ਜਿਹੜੇ ਕੱਲ ਤੱਕ ਮੁੱਖ ਮੰਤਰੀ ਕਹਿੰਦੇ ਸੀ ਵੀ ਇਹ ਲੋਕ ਇਨਸਾਫ ਪਾਰਟੀ ਵਾਲੇ ਗੁੰਮਰਾਹ ਕਰਦੇ ਆ, ਹੁਣ ਆਪਣੇ ਵਾਲਾ ਮਤਾ ਚੋਰੀ ਕਰਕੇ, ਲਓ ਮੈਂ ਐਲਾਨੀਆਂ ਕਹਿਣ ਲੱਗਾ, ਚੋਰੀ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਪੜ੍ਹਿਆ ਵੀ ਆਪਾਂ ਇਹ ਆਰਡੀਨੈਂਸ ਰੱਦ ਕਰਦੇ ਹਾਂ। ਤੇ ਕਿਸਾਨਾਂ ਦੇ ਇਕੱਠ 'ਚ ਕਹਿੰਦਾ ਵੀ ਆਓ ਦਿੱਲੀ ਨੂੰ ਚੱਲੀਏ। ਲਓ ਅਸੀਂ ਤਾਂ ਕਹਿੰਦੇ ਹਾਂ ਮੁੱਖ ਮੰਤਰੀ ਸਾਹਿਬ ਮੋਹਰੇ ਲੱਗੋ।
ਇਹ ਨਹੀਂ ਗੱਲ ਵੀ ਹੁਣ ਕਈ ਕਹਾਵਤਾਂ ਭੈੜੀਆਂ ਨੇ, ਸਿਆਣੇ ਕਹਿੰਦੇ ਵੀ ਰੋਂਦੀ ਯਾਰਾਂ ਨੂੰ ਨਾ ਭਰਾਵਾਂ ਦਾ, ਹੈਨਾ। ਇਹ ਪੰਜਾਬੀ ਦੀ ਕਹਾਵਤ ਆ ਵੀ ਤੁਹਾਡੀ ਸੋਚ ਤਾਂ ਕਿਤੇ ਹੋਰ ਖੜੀ ਆ ਤੇ ਤੁਸੀਂ ਜੱਟ ਨੂੰ ਗੁੰਮਰਾਹ ਕਿਉਂ ਕਰਦੇ ਹੋ। ਅਸੀਂ ਤਾਂ ਇਹੀ ਕਹਿੰਦੇ ਆ ਵੀ ਜੱਟ ਨੂੰ ਗੁੰਮਰਾਹ ਨਾ ਕਰੋ, ਜੱਟ ਨੂੰ ਦੱਸੋ ਵੀ ਭਰਾਵਾ ਸਾਡੀ ਮਜਬੂਰੀ ਆ, ਅਸੀਂ ਤੇਰੇ ਨਾਲ ਨਹੀਂ ਤੁਰਨਾ। ਤੁਰਦੇ ਨਹੀਂ ਅਸਲ 'ਚ, ਨਾ ਤੁਰਦੇ ਨਹੀਂ ਹੈਗੇ ਨਾ। ਹੁਣ ਮੈਂ ਤਾਂ ਕਹਿ ਰਿਹਾ ਨਾ ਵੀ ਕੈਪਟਨ ਸਾਹਿਬ ਮੂਹਰੇ ਲੱਗਣ, ਸਾਰੀਆਂ ਪਾਰਟੀਆਂ ਦੀ ਮੀਟਿੰਗ 'ਚ ਸਾਨੂੰ ਕਿਉਂ ਨਹੀਂ ਸੱਦਦਾ। ਪਾਣੀਆਂ ਦੇ ਮਸਲੇ ਤੇ ਆਲ ਪਾਰਟੀ ਮੀਟਿੰਗ ਹੋਈ, ਆਰਡੀਨੈਂਸ ਤੇ ਆਲ ਪਾਰਟੀ ਮੀਟਿੰਗ ਹੋਈ, ਲੋਕ ਇਨਸਾਫ ਪਾਰਟੀ ਦੇ 2 MLA ਜਿਨ੍ਹਾਂ ਦਾ ਕੋਈ ਵੀ ਨਹੀਂ, ਉਹਨਾਂ ਨੂੰ ਸੱਦਿਆ, ਸਾਨੂੰ ਸਾਦਾ ਕਿਉਂ ਨਹੀਂ? ਕਿਉਂਕਿ ਅਸੀਂ ਕਹਿਣਾ ਵੀ ਆ ਜਾ ਗਾ ਤੇਰੇ ਸਰੋਪਾ ਪਾਉਣੇ ਆ ਲੱਗ ਮੂਹਰੇ। ਪਰ ਉਹ ਜਿਹੜਾ ਭੋਰੇ ਦਾ ਸੁੱਖ ਆ ਉਹ ਨਹੀਂ ਬਾਹਰ ਆਉਣ ਦਿੰਦਾ। ਤੁਸੀਂ ਕਹਿੰਦੇ ਹੋ ਬੈਂਸ ਸਾਹਿਬ ਤੁਰਦੇ ਨਹੀਂ, ਤੇ ਕੈਪਟਨ ਸਾਹਿਬ ਕਹਿੰਦੇ ਮੈਂ ਰੱਦ ਕਰਦੇ ਆ, ਤੇ ਦੂਜੀ ਪਾਸੇ ਹਰਸਿਮਰਤ ਕੌਰ ਬਾਦਲ ਕਹਿੰਦੀ ਮੈਂ ਅਸਤੀਫਾ ਦਿਆ ਜੀ। ਅਸਤੀਫਾ ਦੇਣ ਤੋਂ ਬਾਅਦ ਕਹਿ ਕੀ ਰਹੀ ਹੈ? ਮੈਂ ਨਹੀਂ ਕਹਿੰਦਾ, ਆਪ ਕਹਿ ਰਹੀ ਹੈ, ਕਹਿੰਦੀ ਮੈਂ ਨਹੀਂ ਵਿਰੋਧ ਕਰਦੀ, ਕਹਿੰਦੀ ਜੱਟ ਵਿਰੋਧ ਕਰਦੇ ਆ। ਤੂੰ ਜੱਟਾਂ ਦੀ ਧੀ ਨਹੀਂ, ਤੇਰਾ ਘਰ ਵਾਲਾ ਜੱਟ ਦਾ ਪੁੱਤ ਨਹੀਂ, ਫਿਰ ਕਹਿ ਵੀ ਮੈਂ ਜੱਟ ਦੀ ਧੀ ਆ, ਮੇਰਾ ਘਰ ਵਾਲਾ ਜੱਟ ਦਾ ਪੁੱਤ ਆ, ਮੇਰਾ ਪਰਿਵਾਰ ਵੀ ਵਿਰੋਧ ਕਰਦਾ। ਉਹ ਨਹੀਂ ਕਹਿੰਦੀ, ਕਿਉਂਕਿ ਜਿਹੜਾ ਅਸਤੀਫਾ ਆ ਉਹ ਅੰਦਰ ਵੜ ਕੇ ਇੱਕ ਸਟ੍ਰੈਟਜੀ ਦੇ ਤਹਿਤ ਦਿੱਤਾ ਗਿਆ ਹੈ। ਉਸੇ ਸਟ੍ਰੈਟਜੀ ਦੇ ਤਹਿਤ ਕੱਲ੍ਹ ਨੂੰ ਅੱਡ ਹੋ ਜਾਣੇ ਜਦੋਂ ਇਲੈਕਸ਼ਨ ਆਈ, ਫਿਰ ਇਕੱਠੇ ਚੋਰ ਕੁੱਤੀ ਰਲੇ ਹੋਏ ਆ ਛੋਟੇ ਵੀਰ। ਇਹ ਜਿੱਥੇ ਜਿਹੜੇ ਪਿੰਡ 'ਚ ਚੋਰ ਤੇ ਕੁੱਤੀ ਰਲ ਜਾਣ, ਉਸ ਪਿੰਡ ਦਾ ਤਕੜੇ ਤੋਂ ਤਕੜਾ ਤੇ ਮਾੜੇ ਤੋਂ ਮਾੜਾ ਘਰ ਹਮੇਸ਼ਾ ਹੀ ਲੁੱਟਿਆ ਜਾਂਦਾ। ਤੁਸੀਂ ਵੀ ਕਹਿ ਰਹੇ ਹੋ ਚੋਰ ਕੁੱਤੀ ਰਲੇ ਹੋਏ ਨੇ, ਕਿਸਾਨ ਵੀ ਕਹਿ ਰਹੇ ਨੇ ਚੋਰ ਕੁੱਤੀ ਰਲੇ ਹੋਏ ਨੇ, ਪਰ ਕਿਸਾਨ ਸਵਾਲ ਇਹ ਵੀ ਕਰ ਰਹੇ ਨੇ ਜੀ, ਉਹ ਕਹਿੰਦੇ ਜਦੋਂ ਪਤਾ ਸੀ ਬੈਂਸ ਭਰਾਵਾਂ ਨੂੰ ਬਈ ਇਹਨਾਂ ਨੇ ਕੁਝ ਨਹੀਂ ਕਰਨਾ ਸਾਡੇ ਲਈ, ਤੇ ਬੈਂਸ ਭਰਾ ਚੰਡੀਗੜ੍ਹ ਕਿਉਂ, ਦਿੱਲੀ ਉਦੋਂ ਕਿਉਂ ਨਹੀਂ ਗਏ ਜੀ? ਅਸੀਂ ਚਾਹੁੰਦੇ ਸੀ ਸਾਡੀ ਸਟੇਟ 'ਚ ਇਹ ਮਤਾ ਰੱਦ ਹੋ ਜੇ ਜੀ। ਅਸੀਂ ਲੜਾਈ ਲੜੀ ਰੱਦ ਕਰਾਉਣ ਵਾਸਤੇ, ਉਹ ਰੱਦ ਹੋਇਆ। ਜੇ ਕਿਸਾਨ ਮੈਨੂੰ ਸਵਾਲ ਕਰਦਾ ਵੀ ਉਦੋਂ ਦਿੱਲੀ ਕਿਉਂ ਨਹੀਂ ਗਏ, ਤੇ ਲੋ ਮੈਂ ਕਿਸਾਨ ਨੂੰ ਪੁੱਛਦਾ, ਅਸੀਂ ਤੁਹਾਨੂੰ ਜਗਾ ਕੇ ਮਰ ਗਏ, ਤੁਸੀਂ ਜਾਗੇ ਨਹੀਂ। ਮੈਂ ਹੁਣ ਵੀ ਤੁਹਾਡਾ ਧੰਨਵਾਦ ਕਰਦਾ, ਤੁਸੀਂ ਜਾਗ ਪਏ, ਹਜੇ ਵੀ ਡੁੱਲੇ ਪਏ ਆ, ਕੁਝ ਨਹੀਂ ਵਿਗੜਿਆ ਆ। ਰਾਸ਼ਟਰਪਤੀ ਦੇ ਸਾਈਨ ਹੋਣੇ ਆ, ਤਕੜੇ ਹੋ ਕੇ ਇਕੱਠੇ ਹੋਣ ਦੀ ਲੋੜ ਆ। ਮੇਰੀ ਤੁਹਾਨੂੰ ਵੀ ਪਤਾ, ਮੇਰਾ ਮੁੱਖ ਮੰਤਰੀ ਹਮੇਸ਼ਾ 8 ਦਾ ਹੀ ਅੰਕੜਾ ਰਹਿੰਦਾ, ਮੇਰੀ ਉਹਨਾਂ ਨਾਲ ਬਣਦੀ ਨਹੀਂ ਹੈ ਸਾਡੀ ਪਾਰਟੀ ਦੀ, ਪਰ ਮੈਂ ਫੇਰ ਵੀ ਕਹਿੰਦਾ ਵੀ ਆਓ ਲੱਗੋ ਮੋਹਰੇ, ਸੱਦੋ ਮੀਟਿੰਗ ਦੁਬਾਰਾ। ਜਿਹੜੇ ਅਸਤੀਫਾ ਦੇਣ ਵਾਲੇ ਨਾਲੇ ਉਹ ਪਤਾ ਲੱਗ ਜੂ ਵੀ ਨਾਲ ਤੁਰਦੇ ਆ ਕਿ ਨਹੀਂ। ਉਹ ਅਸਤੀਫੇ ਛੋਟੇ ਵੀਰ ਸਭ, ਪੁਤਲੀ ਦਾ ਨਾਚ ਦੇਖਿਆ, ਉਹ ਉਂਗਲੀ ਪਿੱਛੇ ਹਿੱਲਦੀ ਹੁੰਦੀ ਆ, ਪੁਤਲੀ ਉੱਥੇ ਨੱਚਦੀ ਆ। ਹੁਣ ਇਹ ਉਂਗਲੀ, ਇਹ ਕਹਿੰਦੇ ਜੱਟ ਨੂੰ ਪੁਤਲੀ ਵਾਂਗੂ ਨਚਾਉਣਾ, ਤੇ ਜੱਟ ਹੋ ਗਿਆ ਸਿਆਣਾ ਛੋਟੇ ਵੀਰ। ਜੱਟ ਨੇ ਆਪਣੇ ਜਵਾਕ ਪੜ੍ਹਾ ਲਏ, ਉਹ ਦੱਸਦੇ ਆ ਵੀ ਬਾਪੂ ਜੀ ਆ WhatsApp ਦੇਖੋ ਕੀ ਹੋਈ ਜਾਂਦਾ, ਡਾਂਗਾ ਪਈ ਜਾਂਦੀ ਆ, ਮੈਂ ਬਾਕੀਆਂ ਨੂੰ ਕੁਝ ਕਹਿੰਦੇ ਨਹੀਂ। ਸਾਡੇ ਡਾਂਗਾ ਕਿਉਂ ਮਾਰਦੇ ਆ? ਫੌਜ ਛੋਟੇ ਵੀਰ, ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਨਹੀਂ ਸੀ ਗਏ, ਲੋ ਮੈਂ ਦੱਸਾਂ ਮਹਿਲ 'ਚ ਨਹੀਂ ਸੀ ਗਏ, ਅਸੀਂ ਕਿਸੇ ਰਾਜੇ ਦੇ ਮਹਿਲ 'ਚ ਨਹੀਂ ਸੀ ਗਏ, ਮੁੱਖ ਮੰਤਰੀ ਦਾ ਘਰ ਸੀਗਾ, ਤੇ 18 ਉਹਦੇ OSD ਹੋਣ। ਸਾਨੂੰ ਕੋਈ ਇਹ ਪੁੱਛਣ ਹੀ ਨਹੀਂ ਆਇਆ ਕਿ ਬੈਂਸ ਸਾਹਿਬ ਤੁਸੀਂ ਐਡਾ ਇਕੱਠ ਲੈ ਕੇ ਆਏ ਹੋ, ਬੋਲੋ ਕੀ ਕਹਿੰਦੇ ਹੋ। ਤੇ ਸਾਡੇ ਤਾਂ ਜਾਂਦੇ ਸਾਰ ਡਾਂਗਾ ਮਾਰਨੀਆਂ ਸ਼ੁਰੂ ਕਰਤੀਆਂ, ਕੋਈ ਦੁੱਖ ਨਹੀਂ। ਪਰ ਸਾਡੇ ਡਾਂਗਾ ਮਾਰਨ ਤੋਂ ਬਾਅਦ ਜੇ ਕਿਸਾਨ ਜਾਗ ਪਿਆ, ਸਾਡੀ ਸਾਈਕਲ ਯਾਤਰਾ ਤੋਂ ਬਾਅਦ ਅਸੀਂ ਧੁੱਪ 'ਚ ਕੀਤੀ, ਕਿਸਾਨ ਜਾਗ ਪਿਆ। ਮੈਂ ਕਿਸਾਨ ਦਾ ਧੰਨਵਾਦ ਕਰਦਾ ਵੀ ਭਰਾਵੋ ਜਾਗਦੇ ਰਹੋ, ਜਿੱਥੇ ਤੁਸੀਂ ਸਾਡੀ ਨੰਗੇ ਧੜ ਡਿਊਟੀ ਲਾ ਦਿਓ, ਨੰਗੇ ਧੜ ਅਸੀਂ ਉੱਥੇ ਹੀ ਖੜ ਜਾਵਾਂਗੇ। ਤੇ ਕਿਸਾਨ ਇਹ ਵੀ ਲੋਕ ਸਵਾਲ ਕਰ ਰਹੇ ਨੇ ਜੀ, ਕਹਿੰਦੇ ਜਦੋਂ ਤੁਸੀਂ ਸੁਮੇਧ ਸੈਣੀ ਦਾ ਵੀ ਇੱਕ ਮੁੱਦਾ ਚੱਕਿਆ ਸੀ, ਉਸ ਤੋਂ ਬਾਅਦ ਜੀ ਇਹ ਧਰਮ ਸੋਧ ਵਾਲਾ ਵੀ ਮੁੱਦਾ ਚੱਕਿਆ ਜੀ, ਵੀ ਉਹਨਾਂ ਦਾ ਕੀ ਬਣਿਆ? ਇਹ ਤਾਂ ਨਹੀਂ ਆ ਵੀ 2 ਮੁੱਦੇ ਸ਼ੁਰੂ ਕਰ ਲੈਂਦੇ ਹੋ ਜੀ, ਉਹ ਸਿਰੇ ਨਹੀਂ ਚੜਦੇ ਜੀ, ਤੇ ਤੀਜਾ ਸ਼ੁਰੂ। ਲਓ, ਪਹਿਲਾਂ ਅਸੀਂ ਚੱਕਿਆ ਪਾਣੀਆਂ ਵਾਲਾ ਮੁੱਦਾ, ਹਾਂਜੀ, ਸਾਨੂੰ ਕੁੱਟ ਖਾਣੀ ਪਈ। ਕਿਸੇ MLA ਨੇ 47 ਤੋਂ ਬਾਅਦ ਪਾਣੀ ਦੀ ਕੀਮਤ ਨਹੀਂ ਸੀ ਮੰਗੀ। 5 ਵਾਰੀ ਮੁੱਖ ਮੰਤਰੀ ਬਣਨ ਵਾਲੇ ਸਾਨੂੰ ਦੋਨੇ ਭਰਾਵਾਂ ਨੂੰ ਚੱਕ ਕੇ, ਲੋ ਮੈਂ ਸੱਚ ਦੱਸਦਾ, ਕੈਮਰਾ ਚੱਲਦਾ, ਪਹਿਲਾਂ ਸਾਨੂੰ ਅੰਦਰ ਕੁੱਟਿਆ ਮਾਰਸ਼ਲਾਂ ਨੇ ਜੀ, ਦੋਨੇ ਭਰਾਵਾਂ ਨੂੰ ਕੁੱਟਿਆ ਚੰਗੀ ਤਰ੍ਹਾਂ, ਕੁੱਟ ਕੇ ਘੋਲ ਮਥੋਲਾ ਹੋ ਕੇ। ਹੁਣ ਅਸੀਂ 2 ਤੇ ਉਧਰ 75, 2 ਦੀ 75 ਨਾਲ ਕੀ ਲੜਾਈ ਹੋ ਸਕਦੀ ਹੈ? ਕੁੱਟਿਆ ਸਾਨੂੰ, ਕੁੱਟ ਕੇ ਚੱਕ ਕੇ ਲੈ ਗਏ। ਤੁਸੀਂ ਮੇਰੀ ਵੀਡੀਓ ਦੇਖਿਓ, ਮੈਨੂੰ ਐ ਲਈ ਜਾਂਦੇ, ਇੱਥੋਂ ਛੱਡਤਾ, ਥੱਲੇ ਨਹੀਂ ਰੱਖਿਆ, ਐ ਧੜਮ ਦੇਣੇ ਸਿੱਟਤਾ ਥੱਲੇ। ਤੇ ਸਾਰ ਸਾਹਿਬ ਸਾਨੂੰ ਕੁੱਟਣ ਤੋਂ ਬਾਅਦ, ਅਸੀਂ ਕਹਿੰਦੇ ਕੁੱਟਣ ਤੋਂ ਬਾਅਦ ਵੀ ਜੇ ਅਕਲ ਆ ਜਾਏ, ਮਹਿੰਗੀ ਨਹੀਂ ਕੁੱਟਣ ਤੋਂ ਬਾਅਦ ਮੁੱਖ ਮੰਤਰੀ ਨੂੰ ਵੀ ਅਕਲ ਆ ਗਈ, ਤੇ ਉਹਦੀ ਭਾਈਵਾਲ ਪਾਰਟੀ ਨੂੰ ਵੀ ਅਕਲ ਆ ਗਈ, ਭਾਰਤੀ ਜਨਤਾ ਪਾਰਟੀ ਨੂੰ ਵੀ। ਜਿਹੜੀ ਗੱਲ ਇਹ ਕਹਿੰਦੇ ਆ 2 ਜਣੇ, ਉਹਦੇ ਤੋਂ ਬਿਨਾਂ ਪੰਜਾਬ ਤੇ ਪੰਜਾਬੀਆਂ ਦਾ ਗੁਜ਼ਾਰਾ ਨਹੀਂ। ਫਿਰ ਮਜਬੂਰੀ ਬਸ ਸਾਡੇ ਵਾਲਾ ਮਤਾ ਪਾਸ ਹੋਇਆ। ਦੂਸਰੀ ਗੱਲ, ਅਸੀਂ ਸਾਈਕਲ ਯਾਤਰਾ, ਤੁਸੀਂ ਕਹਿੰਦੇ ਨਾ ਤੁਸੀਂ ਆਹ ਪ੍ਰੋਗਰਾਮ ਫੜਿਆ, ਸਿਰੇ ਲੱਗਿਆ ਨਹੀਂ, ਅਸੀਂ ਮੁੱਖ ਮੰਤਰੀ ਤੋਂ ਮੰਗ ਲੈ ਕੇ ਤੁਰੇ ਸੀ ਕਿ ਮਤਾ ਰੱਦ, ਇਹਨਾਂ ਨੂੰ ਆਰਡੀਨੈਂਸ ਨੂੰ ਰੱਦ ਕਰ ਦੇ, ਆਹੀ ਮੰਗ ਸੀ ਨਾ। ਤੇ ਛੋਟੇ ਵੀਰ ਮੁੱਖ ਮੰਤਰੀ ਨੇ ਆਪ ਖੜਾ ਹੋ ਕੇ ਮਤਾ ਪੜਿਆ, ਫਿਰ ਕੋਈ ਹੋਰ ਵੀ ਮੰਤਰੀ ਪੜ੍ਹ ਸਕਦਾ ਸੀ ਨਾ।
ਖੇਤੀਬਾੜੀ ਮੰਤਰੀ ਪੜ੍ਹ ਸਕਦਾ ਸੀ, ਪਰ ਮੁੱਖ ਮੰਤਰੀ ਆਪ ਖੜਾ ਹੋਇਆ। ਇਹ ਜਿਹੜੇ ਗੱਲ ਲੋਕ ਇਹ ਕਹਿੰਦੇ ਆ ਵੀ ਬੈਂਸ ਦੀ ਕੋਈ ਗੱਲ ਹੀ ਨਹੀਂ ਸਿਰੇ ਲੱਗੀ। ਤੇ ਧਰਮਸੋਤ ਵਾਲਾ ਪੈਸੇ ਮਾਮਲਾ ਜੀ, ਲਵਾਂਗੇ, ਪੈਸੇ ਜਿਹੜੇ ਆ ਨਾ ਰਾਜਸਥਾਨ, ਹਰਿਆਣਾ ਤੇ ਦਿੱਲੀ ਤੋਂ ਪਾਣੀਆਂ ਦੀ ਕੀਮਤ ਲਵਾਂਗੇ। ਪੰਜਾਬੀਆਂ ਨੂੰ ਕਹਿਣਾ ਚਾਹੁੰਦਾ, ਪਰ ਮਿਲੂਗੀ ਕਦੋਂ? ਅਕਾਲੀ ਦਲ ਨੇ ਮਤਾ ਪਾਸ ਕਰਤਾ, ਪਰ ਮਨ ਚ ਕਾਲਸ ਰੱਖ ਕੇ 6 ਮਹੀਨੇ ਬਾਅਦ ਸਰਕਾਰ ਚੱਲੀ, ਬਿੱਲ ਨਹੀਂ ਭੇਜਿਆ ਜੀ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ 4 ਸਾਲ ਹੋ ਗਏ, ਬਿੱਲ ਨਹੀਂ ਗਿਆ ਪਾਣੀ ਦਾ। ਮਤਾ ਤਾਂ ਸਰਬਸੰਮਤੀ ਨਾਲ ਪਾਸ ਹੋਇਆ ਨਾ। ਤੇ ਕਿੱਦਣ ਜਾਣਗੇ ਬਿੱਲ? ਜਿੱਦਣ ਲੋਕ ਇਨਸਾਫ ਪਾਰਟੀ ਦੀ ਸਰਕਾਰ ਆ ਗਈ, ਉਦੋਂ ਦੱਸਾਂਗੇ ਵੀ ਆ ਗਏ ਬਿੱਲ, ਜਾਂ ਪਾਣੀ ਰੋਕ ਲਾਂਗੇ ਜਾਂ ਪੈਸੇ ਲੈ ਲਾਂਗੇ। ਤੇ ਤੁਹਾਨੂੰ ਲੱਗਦਾ, ਮੈਂ ਤੇ ਚਲੋ ਅੰਬਾਲੇ ਦੀ ਗੱਲ ਦੂਰ ਆ, ਰਾਜਪੁਰਾ ਵੀ ਟੱਪਣ ਦੇਣਗੇ? ਕਿਉਂਕਿ ਪੰਜਾਬ ਵਾਲੇ ਵੀ ਤੁਹਾਨੂੰ ਨਹੀਂ ਚਾਹੁੰਦੇ ਵੀ ਤੁਸੀਂ ਦਿੱਲੀ ਪਹੁੰਚੋ। ਮੈਂ ਤਾਂ ਮੇਰੇ ਹੋਰ ਛੋਟੇ ਵੀਰ ਚੈਨਲ ਵਾਲੇ ਤੁਹਾਡੇ ਤੋਂ ਪਹਿਲਾਂ ਆਏ ਸੀ, ਉਹ ਕਹਿੰਦੇ ਜੀ ਤੁਹਾਨੂੰ ਰਾਜਪੁਰਾ ਹੀ ਨਹੀਂ ਟੱਪਣ ਦੇਣਾ, ਹਰਿਆਣਾ ਪੁਲਿਸ ਖੱਟੜ ਸਾਹਿਬ ਮੂਹਰੇ ਨਾਕਾ ਲਾਈ ਬੈਠੇ ਆ। ਮੈਂ ਕਿਹਾ ਛੋਟੇ ਵੀਰ ਤੂੰ ਖੱਟੜ ਸਾਹਿਬ ਤੇ ਕਿਉਂ ਜਾਣਾ? ਮੈਨੂੰ ਤਾਂ ਕੈਪਟਨ ਸਾਹਿਬ ਤੇ ਵੀ ਭਰੋਸਾ ਨਹੀਂ, ਇਹ ਵੀ ਰੋਕ ਸਕਦੇ ਆ। ਇਹ ਛੋਟੇ ਵੀਰ ਜਿਹੜੀ ਸੱਚਾਈ ਹੈ ਨਾ, ਤੁਸੀਂ ਰਾਤ ਨੂੰ ਆਪਣੇ ਘਰੇ ਜਾ ਕੇ ਇੱਕ ਲੋਹੇ ਦੀ ਤਗਾਰੀ ਬਾਹਰ ਰੱਖ ਦਿਓ, ਸਵੇਰੇ ਉੱਥੇ ਹੀ ਪਈ ਹੋਊ ਜੀ। ਤੇ ਰਾਤ ਨੂੰ ਦੂਜੇ ਦਿਨ ਮਾਤਾ ਦਾ ਕੋਕਾ ਲਾ ਕੇ ਬਾਹਰ ਰੱਖ ਦਿਓ, ਉਹ ਸਵੇਰੇ ਲੱਭਣਾ ਹੀ ਨਹੀਂ। ਸੋਨੇ ਨੂੰ ਪੈਂਦੇ ਆ ਬੰਦੇ ਵੀ, ਸੋਨਾ ਪਿਓਰ ਚੀਜ਼ ਕਿੱਥੇ ਹੈ? ਲੋਹੇ ਦਾ ਤਾਂ ਤੁਸੀਂ ਭਾਵੇਂ ਟਰੱਕ ਲੋਕਾਂ ਦੇ ਬਾਹਰ ਖੜਿਆ, ਟਰਾਲੀਆਂ ਬਾਹਰ ਖੜੀਆਂ, ਕੋਈ ਲੈ ਕੇ ਨਹੀਂ ਜਾਂਦਾ। ਕਿਤੇ ਵਾਲੀ ਮਾਤਾ ਦੀ ਡਿੱਗ ਪਏ ਅਚਨਚੇਤੀ, ਉਹ ਮੁੜ ਕੇ ਲੱਭਦੀ ਨਹੀਂ ਜੀ। ਇਹਨਾਂ ਨੂੰ ਪਤਾ ਆ ਵੀ ਜਿੱਦਣ ਲੋਕ ਇਨਸਾਫ ਪਾਰਟੀ ਰਾਜ ਭਾਗ 'ਚ ਆ ਗਈ, ਮੁੜ ਕੇ ਵਾਰੀ ਵੱਟੇ ਵਾਲਾ ਸਿਸਟਮ ਸਮਾਪਤ ਹੋ ਜਾਣਾ। ਇਹਨਾਂ ਦੀ ਮੁੜ ਕੇ ਸਰਕਾਰ ਨਹੀਂ ਆਉਣੀ। ਅਜੇ ਤੱਕ ਤਾਂ ਲੋਕਾਂ ਨੂੰ ਆਹੀ ਨਹੀਂ ਪਤਾ ਲੱਗਿਆ ਵੀ ਵਾਟ ਇਜ਼ ਦੀ ਡੈਫੀਨੇਸ਼ਨ ਆਫ ਗਵਰਨਮੈਂਟ, ਸਰਕਾਰ ਕਿਹਨੂੰ ਕਹਿੰਦੇ ਆ, ਪਤਾ ਹੀ ਨਹੀਂ। ਬੈਂਸ ਸਾਹਿਬ, ਇੱਕ ਇਹ ਪਾਰਟੀਆਂ ਆਲ ਪਾਰਟੀ ਇਕੱਠੀ ਹੋ ਕੇ ਇਹ ਕੰਮ ਕਿਉਂ ਨਹੀਂ ਹੋ ਰਿਹਾ? ਮਤਲਬ ਕਿ ਅਲੱਗ ਤੁਸੀਂ ਅਲੱਗ, ਆਮ ਆਦਮੀ ਪਾਰਟੀ ਅਲੱਗ ਜੀ। ਛੋਟੇ ਵੀਰ, ਆਮ ਆਦਮੀ ਪਾਰਟੀ ਉਹਨਾਂ ਦੇ ਨੈਸ਼ਨਲ ਪ੍ਰਧਾਨ ਨੇ ਕੇਜਰੀਵਾਲ ਸਾਹਿਬ, ਪੰਜਾਬ ਦੇ ਪ੍ਰਧਾਨ ਬੋਲਦੇ ਆ ਜੀ। ਜਿੰਨੀ ਦੇਰ ਕੇਜਰੀਵਾਲ ਸਾਹਿਬ ਨਹੀਂ ਬੋਲਦੇ ਉਨੀ ਦੇਰ ਕੋਈ ਗੱਲ ਬਣੂਗੀ? ਦਿੱਲੀ 'ਚ ਬੈਠੇ ਆ, ਕੀ ਉਹ ਦਿੱਲੀ ਬੰਦ ਦਾ ਸੱਦਾ ਉਹ ਵੀ ਤਾਂ ਦੇ ਸਕਦੇ ਆ ਨਾ। ਉਹ ਵੀ ਅਸਲ 'ਚ ਮੈਂ ਫਿਰ ਕਹਾਂ ਕਿ ਸਹੁੰ ਖਾ ਕੇ, ਪਰ ਇੱਥੇ ਸਹੁੰ ਦਾ ਵੀ ਭਰੋਸਾ ਨਹੀਂ। ਕੈਪਟਨ ਸਾਹਿਬ ਨੇ ਸਹੁੰ ਖਾਧੀ ਗੁਟਕਾ ਸਾਹਿਬ ਤੇ ਪਵਿੱਤਰ ਗੁਟਕੇ ਤੇ ਹੱਥ ਰੱਖ ਕੇ, ਉਹ ਸਹੁੰਆਂ ਤੋਂ ਮੁੱਕਰ ਗਏ। ਭਰੋਸਾ ਛੋਟੇ ਵੀਰ ਕਿਹਦਾ ਕਰੀਏ? ਸਿਆਣੇ ਕਹਿੰਦੇ ਆ ਸਹੁੰ ਖਾਓ ਜੀ ਦੀ, ਨਾ ਪੁੱਤ ਦੀ ਤੇ ਨਾ ਧੀ ਦੀ। ਕਹਿੰਦੇ ਸਹੁੰ ਆਪਣੀ ਖਾਧੀ ਜਾ ਸਕਦੀ ਆ, ਅਸੀਂ ਆਪਣੀ ਸਹੁੰ ਖਾ ਸਕਦੇ ਹਾਂ ਬਈ ਸਾਨੂੰ ਕਿਸਾਨ ਜਥੇਬੰਦੀਆਂ ਜਿੱਥੇ ਸੱਦਣਗੀਆਂ। ਲਓ ਅਸੀਂ ਮੁੱਖ ਮੰਤਰੀ ਪੰਜਾਬ ਦੇ ਨੂੰ ਬੇਨਤੀ ਕਰਦੇ ਹਾਂ ਵੀ ਮੁੱਖ ਮੰਤਰੀ ਸਾਹਿਬ ਮੋਹਰੇ ਲੱਗ ਜਾਓ, ਅਸੀਂ ਮਗਰ ਲੱਗ ਜਾਾਂਗੇ ਜੀ। ਤੇ ਲਾਸਟ ਸਵਾਲ ਹੈ ਜੀ, ਸਿਆਸੀ ਸਕੱਤਰ ਨੇ ਸੁਖਬੀਰ ਬਾਦਲ ਦੇ ਪਰਮਜੀਤ ਸਿੰਘ ਸਿੱਧਵਾਂ, ਉਹਨਾਂ ਨੇ ਅਸਤੀਫਾ ਦਿੱਤਾ, ਬਹੁਤ ਖੁਲਾਸੇ ਕੀਤੇ, ਕਿਵੇਂ ਵੇਖਦੇ ਹੋ ਜੀ? ਬਹੁਤ ਖੁਲਾਸੇ ਕੀਤੇ। ਪੰਜਾਬੀ ਦੀ ਕਹਾਵਤ ਆ, ਚੋਰ ਚੋਰ ਮਸੇਰੇ ਭਾਈ, ਤੁਸੀਂ ਵੀ ਸੁਣੀ ਹੋਊ, ਸਾਰੇ ਪੰਜਾਬੀਆਂ ਨੂੰ ਪਤਾ। ਅਖੀਰਲੀ ਲਾਈਨ ਪੜ੍ਹਿਓ ਉਹਦੀ, ਕਹਿੰਦਾ ਰਾਜ ਰਾਜ ਰਹਿਣਗੇ। ਉਹਦੇ 'ਚ ਸਾਰਾ ਕੁਝ ਹੀ ਆ ਗਿਆ। ਜਿਹੜਾ ਸਮਝਦਾਰ ਸੀ ਉਹਨੂੰ ਸਮਝ ਲੱਗ ਗਈ ਵੀ ਉਹ ਵੀ ਦਬਾਅ ਤਾਂ ਨਹੀਂ ਪਾਇਆ ਗਿਆ ਉਹਨਾਂ ਤੇ ਵੀ ਮੇਰੇ ਕੋਲ ਹੋਰ ਵੀ ਹੈਗਾ, ਜੇ ਮੈਨੂੰ ਕੋਈ ਇਹਦਾ ਕਾਰਨ ਕੀ ਹੋ ਸਕਦਾ? ਇਹਦਾ ਕਾਰਨ ਇਹ ਆ ਵੀ ਰਾਜ ਰਾਜ ਰਹਿਣਗੇ। ਜਿੱਦਣ ਰਾਜ ਭਾਗ ਆਇਆ ਉਹ ਫਿਰ ਮੂਹਰਲੀ ਸੀਟ ਤੇ ਆ ਜਾਊਗਾ, ਜਿਵੇਂ ਇਹ ਉੱਥੇ ਕਰਕੇ ਆਇਆ ਨਾ, ਉਵੇਂ ਹੀ ਸਿੱਧਵਾਂ ਸਾਹਿਬ ਨੇ ਉਹੋ ਜਿਹਾ ਦੇਤਾ। ਜੀ ਜੀ, ਜਿਹੋ ਜਿਹਾ ਗੁਰੂ ਨੇ ਅਸਤੀਫਾ ਦਿੱਤਾ ਉਹੋ ਜਿਹੇ ਚੇਲਿਆਂ ਨੇ ਦੇਤੇ, ਸਮਝ ਗਏ ਨਾ। ਤੇ ਜੇ ਉਹਨੂੰ ਪਤਾ ਆ ਉਹ ਮਾੜੇ ਕੰਮਾਂ 'ਚ ਭਾਗੀਦਾਰ ਰਿਹਾ ਤੇ ਫਿਰ ਖੁਲਾਸਾ ਕਿਉਂ ਨਹੀਂ ਕਰਦਾ? ਜੀ, ਫਿਰ ਤਾਂ ਖੁਲਾਸਾ ਕਰਨ ਦੀ ਲੋੜ ਹੈ ਨਾ। ਇਹਦਾ ਮਤਲਬ ਉਹਨੂੰ ਕੱਲਾ ਉਹੀ ਚੰਗਾ ਲੱਗਦਾ, ਪੰਜਾਬੀਆਂ ਦੀ ਤਾਂ ਕੋਈ ਕੀਮਤ ਹੀ ਨਹੀਂ ਰਹਿ ਗਈ। ਜਿੰਨੀ ਦੇਰ ਪੰਜਾਬੀਆਂ ਦੀ ਕੀਮਤ ਨਹੀਂ ਨੇਤਾ ਸਮਝਦੇ, ਓਨੀ ਦੇਰ ਪੰਜਾਬ ਖੁਸ਼ਹਾਲ ਨਹੀਂ ਹੋ ਸਕਦਾ। ਉਮੀਦ ਹੈ ਜੀ ਆਰਡੀਨੈਂਸ ਰੱਦ ਹੋਣਗੇ। ਹੁਣ ਮੈਂ ਦੱਸਿਆ ਨਾ ਤੁਹਾਨੂੰ ਵੀ ਜਦੋਂ ਅਪੀਲ ਦਲੀਲ ਵਕੀਲ ਖਤਮ ਹੋ ਜੇ, ਇੰਨੀ ਕੁ ਪਰਚੀ ਤੇ ਆ ਜਾਂਦੀ ਹੈ ਗੱਲ। ਬੀਬੀ ਇੰਦਰਾ ਗਾਂਧੀ ਮੂੰਹ ਦੇ ਮੂੰਹ ਸਿੱਟ ਰਹੀ ਸੀ, ਇੰਨੀ ਕੁ ਪਰਚੀ ਨੇ, ਇਤਿਹਾਸ ਬੋਲਦਾ। ਤੇ ਫਿਰ ਅਗਲੀ ਵਾਰੀ ਮੋਦੀ ਸਾਹਿਬ ਵੀ, ਨਵੀਂ ਸਰਕਾਰ ਆਜੂ, ਆਰਡੀਨੈਂਸ ਰੱਦ ਕਰਨਾ ਕੋਈ ਬਹੁਤੀਆਂ ਵੱਡੀਆਂ ਗੱਲਾਂ ਨਹੀਂ। ਜਿਹਨੇ ਦੇਸ਼ ਚਲਾਉਣਾ ਉਹਨੂੰ ਕਿਸਾਨ ਦੇ ਸਿਰ ਤੇ ਹੱਥ ਰੱਖਣਾ ਪਊਗਾ। ਜਿਹੜੀ ਪਾਰਟੀ, ਜਿਹੜਾ ਸਰਕਾਰ ਕਿਸਾਨ ਦਾ ਵਿਰੋਧ ਕਰਦਾ, ਕਿਸਾਨ ਦੀ ਜੈਨੂਅਨ ਮੰਗ ਹੈ ਨਾ। ਹੁਣ ਕਹੀ ਜਾਂਦੇ MSP ਰਹੂਗੀ, ਯਾਰ ਮੱਕੀ ਤੇ MSP ਹੈਗੀ ਆ। ਮੱਕੀ ਅਸੀਂ ਗਏ ਬੰਗੇ ਮੰਡੀ 'ਚ ਗਏ ਤੇ ਮੱਕੀ ਇੱਕ ਕਿਸਾਨ ਬੱਚਿਆਂ ਵਾਂਗੂ ਰੋਣ ਲੱਗ ਪਿਆ, ਏਡੇ ਏਡੇ ਗਲੇਡੂ ਸਿੱਟਣ ਲੱਗ ਪਿਆ। ਮੈਂ ਕਿਹਾ ਸਰ ਸਾਹਿਬ ਰੋਂਦੇ ਕਿਉਂ ਆ? ਕਹਿੰਦਾ ਬੈਂਸ ਸਾਹਿਬ 600 ਰੁਪਈਆ ਮੁੱਲ ਲੱਗਾ, ਮੋਤੀਆਂ ਵਰਗੀ ਮੱਕੀ, ਕਹਿੰਦਾ ਮੋੜ ਕੇ ਲੈ ਚੱਲਾ। ਮੈਂ ਕਿਹਾ ਕੀ ਕਰੇਗਾ? ਕਹਿੰਦਾ ਜਾ ਕੇ ਡੰਗਰਾਂ ਨੂੰ ਪਾ ਦੂੰ। MSP ਤਾਂ ਉੱਤੇ ਵੀ ਹੈਗੀ ਆ, MSP ਦਾਲਾਂ ਤੇ ਵੀ ਹੈਗੀ ਆ। ਇਹ ਜਿਹੜੀਆਂ ਗੱਲਾਂ ਇਹ ਕਰਦੇ ਆ ਨਾ, ਮੇਲਿਆਂ 'ਚ ਇੱਕ ਉਹ ਵਿਕਦਾ ਰੂੰ ਦਾ ਮਿੱਠਾ ਜਿਹਾ ਹੁੰਦਾ, ਡੱਖੇ ਤੇ ਲਾਇਆ ਹੋਇਆ, ਉਹ ਦੇਖਣ ਨੂੰ ਐਡਾ ਸਾਰਾ ਲੱਗਦਾ ਤੇ ਜਦੋਂ ਮੂੰਹ 'ਚ ਪਾ ਲਓ ਕੁਝ ਵੀ ਨਹੀਂ ਹੁੰਦਾ। ਉਹ
ਇਹਨਾਂ ਦੇ ਜਿਹੜੇ ਆਰਡੀਨੈਂਸਾਂ ਦੇ ਭਰੋਸੇ ਦਿੰਦੇ ਆ ਨਾ, ਉਹ ਕੁਝ ਵੀ ਨਹੀਂ ਜੀ। ਜੇ ਤੁਸੀਂ ਖਰੀਦਣੀ ਆ, ਖਰੀਦ ਰਹੂਗੀ ਤੇ ਫਿਰ ਆਰਡੀਨੈਂਸ ਦੀ ਬੁੱਕਤ ਕੀ ਰਹਿ ਗਈ? ਫਿਰ ਤਾਂ ਆਰਡੀਨੈਂਸ ਆਪਣੇ ਆਪ 'ਚ ਹੀ ਮਰ ਗਿਆ। ਆਰਡੀਨੈਂਸ ਨਹੀਂ ਮਰਨਾ, ਜੱਟ ਮਰਨਾ ਜੀ। ਸੋ ਆਰਡੀਨੈਂਸ ਨਹੀਂ ਮਾਰਨਾ, ਜੱਟ ਮਰਨਾ ਹੈ, ਇਹ ਕਹਿਣਾ ਹੈ ਬਲਵਿੰਦਰ ਸਿੰਘ ਬੈਂਸ ਦਾ। ਤੇ ਹੁਣ ਲੋਕ ਇਨਸਾਫ ਪਾਰਟੀ ਦਿੱਲੀ ਘੇਰਨ ਜਾ ਰਹੀ ਹੈ, ਪਰ ਵੇਖਣਾ ਹੋਵੇਗਾ ਕਿ ਦਿੱਲੀ ਪਹੁੰਚਣ ਦਿੱਤੇ ਜਾਂਦੇ ਨੇ ਜਾਂ ਰਸਤੇ ਵਿੱਚ ਰੋਕੇ ਜਾਂਦੇ ਨੇ। ਜੇ ਦਿੱਲੀ ਪਹੁੰਚਦੇ ਨੇ ਤਾਂ ਦਿੱਲੀ ਪਹੁੰਚ ਕੇ ਨਤੀਜੇ ਕੀ ਰਹਿਣਗੇ, ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ। ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਸਰਹੰਦ।